ਸ਼੍ਰੀ ਅਕਾਲ। ਮੈਂ ਜੀ ਵਿੰਪੀ ਸਿੱਧੂ। ਤੁਸੀਂ ਵੇਖ ਰਹੇ ਹੋ ਟ੍ਰੈਂਡ ਸੈਟਰ ਦਾ ਪ੍ਰੋਗਰਾਮ ਗੱਪ ਸ਼ਪ ਵਿੱਚ ਚਾਹ ਦਾ ਕੱਪ। ਪਾਰਟ 1 ਤੁਸੀਂ ਦੇਖਿਆ ਪੰਜਾਬੀ ਥੀਏਟਰ ਤੇ ਸਿਨੇਮਾ ਦੀ ਜਾਣੀ ਪਹਿਚਾਣੀ ਹਸਤੀ, ਨਿਪੁੰਨ ਕਲਾਕਾਰ, ਨਿਪੁੰਨ ਡਾਇਰੈਕਟਰ ਮੋਹਨ ਕੰਬੋਜ ਜੀ ਤੇ ਉਹਨਾਂ ਦੇ ਨਾਲ ਸੈਕਿੰਡ ਪਾਰਟ ਬਹੁਤ ਸਾਰੀਆਂ ਗੱਲਾਂ ਇਸ ਪਾਰਟ ਦੇ ਵਿੱਚ ਅਸੀਂ ਕਰਾਂਗੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਦਿੰਦੇ ਹਾਂ। ਬਹੁਤ ਬਹੁਤ ਸਵਾਗਤ ਤੁਹਾਡਾ ਗੱਪ ਸ਼ਪ ਵਿੱਚ ਚਾਹ ਦਾ ਕੱਪ ਪਾਰਟ 2 ਦੇ ਵਿੱਚ। ਕੰਬੋਜ ਸਾਹਿਬ ਸਤਿ ਸ਼੍ਰੀ ਅਕਾਲ ਜੀ। ਅੱਛਾ, ਆਪਾਂ ਪਾਰਟ 1 ਦੇ ਵਿੱਚ ਬਹੁਤ ਗੱਲਾਂ ਕੀਤੀਆਂ, ਚੰਗਾ ਲੱਗਿਆ, ਪਰ ਹੁੰਗਾਰਾ ਸਾਡੇ ਦਰਸ਼ਕਾਂ ਦਾ ਆਇਆ। ਪਾਰਟ 2 ਦੇ ਵਿੱਚ ਪਹਿਲਾ ਕੁਐਸਚਨ ਤੁਹਾਨੂੰ ਇਹ ਕਰਨਾ ਚਾਹਾਂਗੇ ਕਿ ਕਿਸੇ ਐਕਟਰ ਜਾਂ ਡਾਇਰੈਕਟਰ ਦੇ ਲਈ ਟ੍ਰੇਨਿੰਗ ਨੂੰ ਕਿੰਨਾ ਕੁ ਜ਼ਿਆਦਾ ਜ਼ਰੂਰੀ ਸਮਝਦੇ ਹੋ? ਬਹੁਤ ਹੀ ਪਿਆਰਾ, ਮਤਲਬ ਇਹ ਸਮਝ ਲਓ ਬੇਸ ਹੈ ਥੀਏਟਰ। ਜਿਹੜੀ ਗੱਲ ਤੁਸੀਂ ਕਹੀ ਹੈ ਨਾ, ਚਾਹੇ ਫਿਲਮ ਹੈ ਚਾਹੇ ਥੀਏਟਰ ਹੈ, ਇਹ ਬੇਸ ਹੈ। ਹੁਣ ਸਾਡੇ ਟਾਈਮ 'ਚ ਕੋਈ ਇੰਸਟੀਚਿਊਟ ਨਹੀਂ ਹੁੰਦਾ ਸੀ। ਸਾਡੇ ਇੰਸਟੀਚਿਊਟ ਹੁੰਦੇ ਸੀ ਜਿਹੜੇ ਬੜੇ ਬੜੇ ਗਰੁੱਪ ਚੱਲੇ ਹੁੰਦੇ ਸੀ। ਸਾਡੇ ਟਾਈਮ ਪਟਿਆਲੇ ਜੁਰੇ ਹਰਪਾਲ ਟਿਵਾਣਾ ਜੀ ਦ ਬਿਗ ਇੰਸਟੀਚਿਊਸ਼ਨ ਸੀ ਆਪਣੇ ਆਪ 'ਚ। ਡਾਕਟਰ ਮਹੇਸ਼ ਕੌਸ਼ਲ ਜੀ ਉਸ ਟਾਈਮ ਆਪਣੇ ਬਿਜਲੀ ਬੋਰਡ ਸੀ, ਆਪਣੇ ਯੋਗਰਾਜ ਸੇਡਾ ਜੀ। ਇਹ ਕਾਫੀ ਕੁਛ ਪਹਿਲਾਂ ਹੀ ਜਾਣਦੇ ਸੀ ਜਦੋਂ ਅਸੀਂ ਐਂਟਰ ਹੋਏ ਥੀਏਟਰ 'ਚ। ਫਰਕ ਇੰਨਾ ਹੁੰਦਾ, ਦੇਖੋ, ਜੇ ਤੁਸੀਂ ਕਿਸੇ ਨੂੰ ਕੁਝ ਸਿਖਾਉਣ ਲੱਗੇ ਹੋ ਨਾ, ਉਹ ਸਿੱਖਦਾ ਜਾਂ ਨਹੀਂ ਸਿੱਖਦਾ ਨਾ, ਇਹ ਉਸ ਦੇ ਉੱਤੇ ਡਿਪੈਂਡ ਕਰਦਾ। ਕਿਉਂ? ਇੱਕ ਮੇਰੇ ਵਰਗਾ ਬੰਦਾ ਕਹਿੰਦਾ ਮੈਨੂੰ ਇਸ ਨੇ ਐਂ ਜਿਹਾ ਇਸ਼ਾਰਾ ਕਰਿਆ ਵੀ ਉਸका ਮਤਲਬ ਇਹ ਹੈ, ਉਸका ਮਤਲਬ, ਮੈਂ ਉਸਨੂੰ ਘਰ ਜਾ ਕੇ ਕਰਕੇ ਦੇਖਦਾ, ਉਸ ਦਾ ਮੀਨਿੰਗ ਸਮਝਦਾ। ਨਹੀਂ ਸਮਝਦਾ ਮੈਨੂੰ ਪੁੱਛਦਾ ਤੁਸੀਂ ਐਂ ਕੀਤਾ ਸੀ ਜੀ, ਉਹਦਾ ਕੀ ਮਕਸਦ ਕੀ ਹੈ, ਉੱਥੇ ਪੁੱਛੀਦਾ। ਸਭ ਤੋਂ ਵੱਡਾ ਸਾਡਾ ਇੰਸਟੀਚਿਊਸ਼ਨ ਹੁੰਦਾ ਸੀ, ਅਸੀਂ ਲੋਕਾਂ 'ਚ ਵਿਚਰਦੇ ਸੀ, ਬਿਲਕੁਲ। ਮੈਂ ਮਤਲਬ ਕਿ ਇੱਕ ਪਾਗਲ ਖੜਾ, ਉਹ ਕਿੱਦਾਂ ਐਕਟਿੰਗ ਕਰ ਰਿਹਾ, या कोई ऑब्जर्वेशन, कोई अच्छा ज्ञानी है किदा उसका स्टाइल है। फिर सानू पता लग गया भी जेडे महान व्यक्ति होंगे, साधु संत है, जेडे महान व्यक्ति होंगे हैं, वो आवाज़ के सिर ते ही अपना वो सारा काम चलाते हैं। वो बिग जैसचर जी नहीं देंगे कभी भी। वो सानू एक लाइन अपने थिएटर च पा ली जो असीं किसी नूं टीच करते सी कि बेटा ये महान आत्मावां जिहड़ियां होंदियां, ये एक्सप्रैशन पर नहीं चलदियां, वॉइस। ਉਹ ਚੀਜ਼ਾਂ ਜੋ ਸਿੱਖਦੇ ਗਏ, ਕਰਦੇ ਗਏ। ਫਿਰ ਬੁੜੇ ਬੱਚਿਆਂ ਨੂੰ, ਜਿਹਨੇ ਮੈਨੂੰ ਅੱਜ ਤੱਕ ਵੀ ਕੋਈ ਪੁੱਛੇ ਨਾ, ਮੈਨੇ ਕਦੀ ਨਾ ਨਹੀਂ ਕੀਤੀ। ਮੈਂ ਕਹਿੰਦਾ ਵੈਲਕਮ, ਆ ਜਾਓ ਜੀ, ਜੋ ਮੈਨੂੰ ਥੋੜ੍ਹਾ ਬਹੁਤ ਆਉਂਦਾ ਮੈਂ ਜ਼ਰੂਰ ਦੱਸਾਂਗਾ। ਬਿਲਕੁਲ, ਤੁਹਾਡੀ ਇਹ ਗੱਲ ਇੰਡੀਕੇਟ ਕਰਦੀ ਹੈ ਕਿ ਥੀਏਟਰ ਜਾਂ ਸਿਨੇਮੇ ਦੇ ਵਿੱਚ ਕਰੈਕਟਰ ਚਾਹੇ ਕੋਈ ਵੀ ਹੋਵੇ, ਉਹਦੀ ਪਿੱਠ ਭੂਮੀ ਦੇ ਵਿੱਚ ਜਾਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਲੋਕ ਸਮੂਹ ਦੇ ਵਿੱਚ ਵਿਚਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਬਜ਼ਰਵੇਸ਼ਨ ਜਿਹੜੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ, ਬਹੁਤ ਜ਼ਰੂਰੀ। ਤੁਸੀਂ ਤਾਂ ਹੀ ਸਿੱਖੋਗੇ। ਸਾਡੇ ਟਾਈਮ ਤਾਂ ਕੋਈ ਸਿਖਾਉਣ ਵਾਲਾ ਹੈ ਹੀ ਨਹੀਂ ਸੀ। ਰੀਅਲ ਆਰਟਿਸਟ ਵਾਸਤੇ ਇਹ ਚੀਜ਼ਾਂ ਵਾਕਈ ਅਸੀਂ ਤਾਂ ਮਤਲਬ ਇੱਕ ਰਿਹਰਸਲ ਹੁੰਦੀ ਮੇਰੀ, ਜਿੱਦਾਂ ਸੀ। ਜੇ ਮੈਂ ਤੁਹਾਨੂੰ ਕਿਹਾ ਵੀ ਇੱਕ ਦਿਨ ਰੋਲ ਕੀਤਾ ਛੋਟਾ, ਮੈਂ ਕਿਹਾ ਨਹੀਂ ਮੈਂ ਸੋਹਣਾ ਯਾਰ ਹੀਰੋ ਦਾ ਰੋਲ ਕਰੂੰ। 3-4 ਪਲੇ ਕੀਤੇ, ਮੈਂ ਫੁੱਲ ਲੈਂਥ ਪਲੇ ਕਿਉਂ ਮੈਂ ਕਰਾਂ। ਐਕਟਰ ਬਣ ਗਿਆ, डायरेक्टर मैं आप करांगा, एंड आई डिड। मेरी सच्ची सुच्ची मेहनत ਨੂੰ ਉਸ ਈਸ਼ਵਰ ਨੇ ਪੂਰੀ ਸਫਲਤਾ ਦਿੱਤੀ। ਅੱਛਾ ਕੰਬੋਜ ਸਾਹਿਬ, ਤੁਸੀਂ ਥੀਏਟਰ ਦੇ ਵਿੱਚ ਬਤੌਰ ਐਕਟਰ ਕੰਮ ਸ਼ੁਰੂ ਕੀਤਾ, ਉਸ ਤੋਂ ਬਾਅਦ ਐਜ਼ ਅ ਡਾਇਰੈਕਟਰ ਵੀ ਤੁਸੀਂ ਕੰਮ ਕੀਤਾ, ਫਿਰ ਸਿਨੇਮਾ ਦੇ ਵਿੱਚ ਤੁਸੀਂ ਬਤੌਰ ਐਕਟਰ ਕੰਮ ਕੀਤਾ। ਤੁਸੀਂ ਕੀ ਮਹਿਸੂਸ ਕਰਦੇ ਹੋ, ਕਿੱਦਾਂ ਦਾ ਫਰਕ ਦੇਖਦੇ ਹੋ ਸਿਨੇਮਾ ਦੇ ਵਿੱਚ ਡਾਇਰੈਕਟਰ ਦਾ ਔਰ ਜਿਹੜਾ ਥੀਏਟਰ ਦੇ ਵਿੱਚ ਡਾਇਰੈਕਟਰ ਦਾ? ਐਕਚੁਅਲੀ ਬਹੁਤ ਫਰਕ ਹੈ। ਫਰਕ ਹੈ ਵੀ ਕੋਈ ਨਹੀਂ। ਥੀਏਟਰ 'ਚ ਜਿਹੜਾ ਡਾਇਰੈਕਟਰ ਹੁੰਦਾ ਉਸਨੂੰ ਪਹਿਲਾਂ ਬੈਠ ਕੇ ਸਾਰਾ ਕੰਮ ਆਪ ਕਰਨਾ ਪੈਂਦਾ ਹੈ। ਫਿਰ ਇੱਕ ਕਰੈਕਟਰ ਇੱਥੋਂ ਚੱਲੇ ਗਿਆ, ਇੱਥੇ ਆਏਗਾ, ਉਸਨੂੰ ਮੈਨੇ ਇਸ ਤਰ੍ਹਾਂ ਬੋਲੀ ਦੇਣੀ, ਇੱਦਾਂ ਅਪ ਕਰਨਾ, ਇੱਦਾਂ ਡਾਊਨ ਕਰਨਾ, ਇੱਦਾਂ ਇਹ ਕਰਨਾ, ਇੱਦਾਂ ਦਾ ਮੇਕਅਪ ਕਰੋ, ਉਹ ਸਾਰਾ ਦਵਾ। ਮਗਰ ਫਿਲਮ 'ਚ ਇੱਕ ਬੰਦੇ ਨੇ ਇੱਕ ਕੰਮ ਕਰਨਾ, ਟੀਮ ਵਰਕ ਹੈ। ਇੱਕ ਬੰਦੇ ਨੇ ਇੱਕ ਕੰਮ ਕਰਨਾ। ਉੱਥੇ ਡਾਇਰੈਕਟਰ ਨੇ डायरेक्शन देनी है, 5 उसके असिस्टेंट होने के, चीफ असिस्टेंट डायरेक्टर, उसका असिस्टेंट, इस तरह एक टीम होती है। इस तरह मेकअप किन्नी, इस तरह कॉस्ट्यूम्स किन्नी, मतलब हर चीज़ किन्नी एक पूरी टीम होती है। मगर थिएटर च तुहाडे कोल दारोमदार सारा डायरेक्टर दिंदा है। सानू मेरियां लिमिटेशन साडियां बहुत घट होनी है।
ਜਦੋਂ ਇੱਕ ਬੱਚੇ ਨੂੰ ਅਸੀਂ ਥੀਏਟਰ 'ਚ ਸਿਖਾਉਂਦੇ ਸੀ ਜਾਂ ਕਰਾਉਂਦੇ ਸੀ, ਉਹਨੂੰ ਬਹੁਤ ਸ਼ੌਕ ਹੁੰਦਾ ਤਾ। ਉਹ ਇਤਨੀ ਮਿਹਨਤ ਕਰਦਾ ਸੀ। ਪਰ ਅੱਜ ਤੁਸੀਂ ਕੋਈ ਪਲੇ ਚੱਕੋ, ਐਕਟਰ ਡਾਇਰੈਕਟਰ ਲਿਓ ਨਵੇਂ, ਬਸ ਇਹ ਨਾ ਸੋਚਣਾ ਵੀ ਜਿਸ ਨੂੰ ਕਿਸੇ ਨੂੰ ਫਿਲਮ ਮਿਲ ਗਈ ਨਾ, ਉਹ ਮੇਰੀ ਮਾਸੀ ਬਿਮਾਰ ਆ, ਮੇਰਾ ਚਾਚਾ ਬਿਮਾਰ, ਮੇਰੀ ਤਾਈ ਬਿਮਾਰ, ਕਹਿ ਕੇ ਉਹ ਵੀ ਉਹ ਭੱਜੇਗਾ। ਕਿਉਂਕਿ ਲਾਲਸਾ ਇੰਨੀ ਹੋ ਚੁੱਕੀ ਹੈ ਟੈਲੀਵਿਜ਼ਨ ਦੀ, ਹੱਦ ਕੁਛ ਨਹੀਂ। ਚਕਾਚੌਂਧ ਜਿਹੜੀ ਹੈਗੀ ਹੈ, ਬਿਲਕੁਲ ਸਿਲਵਰ ਸਕਰੀਨ ਦੀ ਅਲੱਗ ਹੀ ਚਾਹਤ ਹੈ। ਬਿਲਕੁਲ ਅਸੀਂ ਅੱਜ ਵੀ ਭੁੱਖ ਹੈ। ਬਿਲਕੁਲ ਜਿਹੜੀ ਜਗਿਆਸਾ ਹੋਣੀ ਬਹੁਤ ਜ਼ਿਆਦਾ ਚੰਗੀ ਚੀਜ਼ ਹੈ, ਪਰ ਚੀਜ਼ਾਂ ਦੀ ਲਸਟ ਹੋਣੀ ਉਹਨੂੰ ਵੀ ਮਾੜੀ ਵੀ ਹੈ। ਉਹ ਤਦ ਮਾੜਾ ਹੋਏਗਾ ਨਾ ਜੇ ਤੁਸੀਂ ਕਿਸੇ ਵਾਸਤੇ ਮਾੜਾ ਸੋਚ ਰਹੇ ਹੋਵੋਗੇ। ਅੱਛਾ, ਕਮੋਰ ਸਾਹਿਬ ਥੀਏਟਰ ਕਰਦੇ ਆ ਜਦੋਂ ਉਹਨਾਂ ਪੁਰਾਣੇ ਸਮਿਆਂ ਦੇ ਵਿੱਚ ਤੁਸੀਂ ਸ਼ੁਰੂ ਕੀਤਾ, ਕੀ ਕਿਸੇ ਨੇ ਇਕਨੋਮਿਕਲੀ ਮਦਦ ਕੀਤੀ? ਨਹੀਂ, ਆਪਾਂ ਸ਼ੋਅ ਮਿਲ ਜਾਂਦੇ ਤੇ ਸਰਕਾਰੀ ਕਦੀ, ਮਗਰੋਂ ਵੀ ਇੰਨੇ ਕੁ ਪੈਸੇ ਮਿਲਦੇ ਹੁੰਦੇ ਸੀ ਉਹਨਾਂ ਦਿਨਾਂ 'ਚ, ਉਹ ਤੋਂ ਜ਼ਿਆਦਾ ਖਰਚ ਹੋ ਜਾਂਦੇ ਹੁੰਦੇ ਸੀ। ਅੱਛਾ, ਫਿਰ ਘਰ ਦੇ ਵਿੱਚ ਕੋਈ ਇੱਕ ਨਾ 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 ਮੈਂ ਤੁਹਾਨੂੰ ਪਹਿਲਾਂ ਕਿਹਾ, ਅਗਰ ਕੋਈ ਕਾਮਯਾਬ ਹੋ ਸਕਦਾ, ਅਗਰ ਕੋਈ ਚੱਲ ਸਕਦਾ, ਸਿਰਫ ਮੇਰੀ ਫੈਮਿਲੀ। ਮੇਰਾ ਬੇਟਾ MA थिएटर एंड टेलीविजन हो गया, वो भी मेरा सपोर्टिंग हैंड बन गया। बैक स्टेज थे उसको मैंने बोलना कुंतल कंबोजा, उसका नाम मैंने कहा कुंतल यार ये पिछला पासा इसमें सारी बैक स्टोरी सवाल सारा काम कर लेते थे। इस करके मैनू हर जगह सपोर्ट मिलती चली गई और कामयाबी मिलती। अच्छा, ਇਹਦਾ ਮਤਲਬ ਇਕਨੋਮਿਕਲੀ ਕਦੇ ਸਪੋਰਟ ਨਹੀਂ ਮਿਲੀ? ਇਕਨੋਮਿਕਲੀ ਮੈਂ ਸਰਵਿਸ ਕਰਦਾ ਤਾਂ ਮੈਨੂੰ ਕੋਈ ਚਿੰਤਾ ਨਹੀਂ ਸੀ। ਵੈਸੇ ਵੀ ਕਮੋਰ ਸਾਹਿਬ ਥੀਏਟਰ ਜਿਹੜਾ ਨਾ ਉਹ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਹੁੰਦੀ ਹੈ। ਵੈਸੇ ਜਿੰਨਾ ਵੱਡਾ ਰਿਸਕ ਕਹਿੰਦੇ ਨੇ ਉਨਾ ਹੀ ਵੱਡਾ ਪ੍ਰੋਫਿਟ ਹੈ, ਪਰ ਗੱਲ ਤਾਂ ਐਕਚੁਅਲੀ ਸਕੂਨ ਤੇ ਆ ਕੇ ਨਿਬੜਦੀ ਹੈ ਨਾ, ਕਿ ਤੁਸੀਂ ਸਕੂਨ ਕਿੱਥੋਂ ਲੱਭਦੇ ਹੋ। ਜੇ ਫੂਕ ਤਮਾਸ਼ਾ ਦੇਖਿਆ ਤਾਂ ਸ਼ਾਇਦ ਅੱਜ ਐਡੇ ਨੇ ਵੱਡੇ ਪ੍ਰੋਜੈਕਟ ਮਿਲੇ ਆ ਜੀ। ਅਗਰ ਮੈਂ ਰਾਤ ਨੂੰ 2:30 ਵਜੇ ਟੀਮ ਨੂੰ ਲੈ ਕੇ ਆਇਆ ਨਾ, ਮੈंने ਕਿਹਾ ਵੀ ਸਾਨੂੰ ਰਸਤੇ 'ਚ ਤੇ ਢਾਬੇ ਟੁੱਬੇ ਕੁਛ ਵੀ ਨਹੀਂ ਹੁੰਦੇ ਸੀ, ਵੀ ਰੋਟੀ ਉਹਨੇ ਆਉਂਦੇ ਸਾਰੇ ਨਾਲ ਲੱਗ ਕੇ ਰਾਤ ਨੂੰ 2 ਵਜੇ 2:30 ਵਜੇ ਤਿਆਰ ਕਰਨੀ, ਅਸੀਂ ਸਾਰੇ ਆਰਟਿਸਟਾਂ ਨੂੰ ਖਿਲਾਣੀ। ਬਿਲਕੁਲ ਕਮੋਰ ਸਾਹਿਬ, ਇਸ ਗੱਲ ਦਾ ਕ੍ਰੈਡਿਟ ਜਿਹੜਾ ਤੁਹਾਡੀ ਵਾਈਫ ਨੂੰ ਜਾਣਾ ਵੀ ਬਣਦਾ ਹੈ। ਅੱਜ ਵੀ ਉਹੀ ਸਪੋਰਟ ਹੈ ਜੀ ਮੈਨੂੰ। ਬਸ ਹੁਣ ਇਹ ਵੀ ਮੈਂ ਥੀਏਟਰ में ਅੱਜ ਵੀ ਕਰ ਰਿਹਾ ਇਹ ਬਿਗ ਪਲੇ। ਕਮੋਰ ਸਾਹਿਬ ਤੁਸੀਂ ਬਾਹਰ ਵੀ ਥੀਏਟਰ ਕਰਕੇ ਆਏ ਹੋ? ਹਾਂ, ਮੈਂ ਅਮਰੀਕਾ, ਕੈਨੇਡਾ, ਉਹ ਚੰਡੀਗੜ੍ਹ ਦੀ ਇੱਕ ਟੀਮ ਸੀ। ਬੀਇੰਗ ਆਲ ਰਾਊਂਡਰ ਨਾ, ਵੀ ਥੀਏਟਰ 'ਚ ਹਰ ਕੰਮ ਜਾਣਦਾ। ਚੰਡੀਗੜ੍ਹ ਦੀ ਸਾਰੀ ਟੀਮ ਸੀ, ਉਹ ਸਿਰਫ ਪਟਿਆਲੇ ਤੋਂ ਮੈਨੂੰ ਬੁਲਾਇਆ ਕਰਦੇ। ਕੀ ਬਾਤ ਹੈ, ਕੀ ਬਾਤ ਹੈ। ਓਕੇ, ਕਿਉਂਕਿ ਉਹਨਾਂ ਨੂੰ ਜਿਹੜਾ ਅੱਛੇ ਐਕਟਰ BN ਸ਼ਰਮਾ ਜੀ ਵਰਗੇ, ਜੀ 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 ਸਿੱਖੀ ਤੇ ਪਲੇ ਕੀਤੇ। ਫਿਰ ਸ਼੍ਰੀ ਰਾਮਲੀਲਾ ਕੀਤੀ, ਜਿੱਥੇ ਮੇਰੇ ਯਾਦ ਹੈ ਕੈਨੇਡਾ 'ਚ ਕਿਹਾ ਗਿਆ ਬੁੱਧਵਾਰ ਨੂੰ ਸ਼ੋਅ ਰੱਖ ਲਿਆ, ਪਾਗਲ ਹੈ ਇਹ, वर्किंग डे केड़ा बंदा आएगा। श्री रामलीला का शो सी, तुसी यकीन मनो पुलिस बुलानी पई उत्थे, रश नूं कंट्रोल करे। उन्होंने कहा ओके एक प्ले द्वारा होएगा प्लीज सारे, क्योंकि उत्ते एक भी बंदा स्पेयर बढ़ नहीं सकता हुण उधर थिएटर च। किहड़े प्ले ने जे तुसी बाहर करके आए हो? सिंह सूरमे, किराएदार, ਇਹ ਆਪਣੇ ਸ਼੍ਰੀ ਰਾਮਲੀਲਾ। ਅੱਛਾ, ਉਧਰਲੀ ਆਡੀਅנס ਤੇ ਇਧਰਲੀ ਆਡੀਅנס ਦੇ ਵਿੱਚ ਕਿਹੋ ਜਿਹਾ ਫਰਕ ਨਜ਼ਰ ਆਉਂਦਾ? ਅਸੀਂ ਸਬਜੈਕਟਿਵ ਹੋ ਚੁੱਕੇ, ਜਿਹੜੇ ਦਿਲ ਨੂੰ ਛੂਹਣ ਵਾਲੇ ਤੇ। ਮਤਲਬ ਮੇਰੇ ਯਾਦ ਹੈ ਇੱਕ ਬਜ਼ੁਰਗ ਦੀਆਂ ਅੱਖਾਂ ਭਰ ਗਈਆਂ ਰਾਮਲੀਲਾ, ਸ਼੍ਰੀ ਰਾਮਲੀਲਾ ਖਤਮ ਕਰਕੇ ਨਾ, ਇਹਨਾਂ ਤਾਂ ਕਦੀ ਬਚਪਨ 'ਚ ਦੇਖਿਆ ਕਰਦੇ ਸੀ, ਅੱਜ ਦੇਖ ਕੇ ਨਾ ਮੈਨੂੰ ਮਤਲਬ ਉਸਨੇ ਇੱਕ ਆਉ ਲੱਗਾ ਜਿਵੇਂ ਨਾ ਆਪਣੀ ਧਰਤੀ ਨਾਲ ਦੁਬਾਰਾ ਜੁੜ ਗਿਆ ਹੋਵੇ। ਹੀ ਵਾਸ ਸੋ ਹੈਪੀ। ਯੰਗ ਜਨਰੇਸ਼ਨ ਵੀ ਸਿੱਖੀ ਦਾ ਪਲੇ 'ਚ ਯੰਗ ਮੁੰਡਿਆਂ ਨੇ ਵੀ, ਕਿਉਂਕਿ ਅਸੀਂ ਪਲੇ ਜਿਹੜੇ ਲੈ ਕੇ ਜਾਂਦੇ ਐਡੀ ਦੂਰ ਨਾ, ਉਹਦੇ ਜ਼ਰੂਰੀ ਹੈ ਕੁਛ ਨਾ ਕੁਛ ਪ੍ਰੀਚਿੰਗਸ ਆਪਣੇ ਧਰਮ ਬਾਰੇ। ਬਿਲਕੁਲ ਕਮੋਰ ਸਾਹਿਬ, ਜਿਹੜੀ ਚੀਜ਼ ਜਿਹੜੀ ਹੈ ਨਾ ਉਹ ਲੋਕਾਂ ਦੇ ਦਿਲਾਂ ਦੇ ਨੇੜੇ ਹੈ, ਉਹ ਪ੍ਰਵਾਨੀ ਹੀ ਜਾਣੀ ਹੁੰਦੀ ਹੈ। ਫਿਰ ਯਾਦ ਹੈ 2015 'ਚ ਨਾ, ਮਤਲਬ ਪਟਿਆਲੇ ਜਦੋਂ ਅਸੀਂ ਸ਼੍ਰੀ ਰਾਮਲੀਲਾ ਕੀਤੀ ਹੈ, ਬਹੁਤ ਦੇਰ ਬਾਅਦ ਕੀਤੀ ਸੀ। ਮਤਲਬ ਯੰਗ ਬੱਚੇ ਨਾ ਇਹਦੀ ਅੱਛਾ ਜੀ ਇਹ ਕੌਣ ਸੀ, ਇਹ ਕੌਣ ਸੀ, ਰਿਹਰਸਲ 'ਚ ਵੀ ਨਾ ਸਾਨੂੰ ਉਹਨਾਂ ਨੇ ਇੱਕ ਆਉਣ ਵਾਲੀ ਸੰਸਕ੍ਰਿਤੀ, ਆਉਣ ਵਾਲੇ ਬੱਚਿਆਂ ਨੂੰ ਸਾਡੀ ਸੰਸਕ੍ਰਿਤੀ ਦਾ ਪਤਾ ਰਹੇ, ਇਹ ਚੀਜ਼ਾਂ ਇਸ ਲਈ ਜ਼ਰੂਰੀ ਹਨ। ਅੱਛਾ, ਤੁਸੀਂ ਟਿਵਾਣਾ ਸਾਹਿਬ ਨਾਲ ਕੰਮ ਕੀਤਾ, ਕਿੱਦਾਂ ਟਿਵਾਣਾ ਸਾਹਿਬ ਨੇ ਤੁਹਾਨੂੰ ਆਪਣੀ ਟੀਮ ਦਾ ਹਿੱਸਾ ਬਣਾਇਆ? ਮੈਂ ਪਹਿਲੇ ਹੀ ਪਲੇ 'ਚ ਜਦੋਂ ਮੈਂ ਗਿਆ, ਮੈਨੂੰ ਉਹਨਾਂ ਨੇ 3 ਰੋਲ ਦਿੱਤੇ। ਮਤਲਬ ਇੱਕ ਕੌਨਫੀਡੈਂਸ, ਕਿਉਂਕਿ ਪਾਰਖੂ ਦੀ ਅੱਖ ਸੀ ਉਹਨਾਂ ਦੀ, ਜੌਰੀ ਜਿਹੜਾ ਹੈਗਾ। ਹਾਂ, 3 ਮੈਂ ਪਹਿਲਾਂ ਕਿਹਾ, ਮੈਂ ਕਿਹਾ 3 ਰੋਲ
ਮੈਨੂੰ ਪਤਾ ਕਹਿੰਦੇ ਨਾ ਮੈਂ ਤੈਨੂੰ ਮੇਕਅਪ ਤੂੰ ਆਪ ਕਰ ਲੇਗਾ, ਕਾਸਟਿਊਮ ਤੂੰ ਆਪ ਬਦਲ ਲੇਗਾ, ਆਵਾਜ਼ ਤੂੰ ਆਪੇ ਹੀ ਕਰ ਲੈ। एंड आई गॉट अखबार की 6 लाइनां चों 4 लाइनां मेरे बारे लिखी भी दी। सही चीज़ां ये अवार्ड ते साडे, पैसा नहीं सी साडे कोल तां। लोगों के दिलों च उतरना जिहड़ा सब तो वड्डा कलाकार लई सब तो वड्डा अवार्ड ही सही बात है। दर्शकों ने भरपूर प्यार दिता है। अज भी मेरा वैरी शॉर्टली मेरा एक बहुत बड़ा हिंदी का प्ले तकरीबन कोई है 1.5 घंटे का, वैरी शॉर्टली असी पटियाले के दर्शकों या बाहर जिते जिते डिमांड हुई विखावे होनी वैरी शॉर्टली। दैट इज अंडर प्रोसैस, तकरीबन कंप्लीट हो गया। हुण म्यूजिक वर्क, स्टेज वर्क, ये सारा काम चल रहा है। ਅੱਛਾ, ਟਿਵਾਣਾ ਸਾਹਿਬ ਦੇ ਕੰਮ ਦਾ ਅੰਦਾਜ਼ ਕਿਵੇਂ ਦਾ ਸੀ ਤੇ ਉਹਨਾਂ ਦੇ ਵਿੱਚ ਕੀ ਵੱਖਰਾ ਸੀ? NS ਏਜੰਸੀ दोनों, ਟਿਵਾਣਾ ਸਰ ਵੀ ਮੈਡਮ ਜੀ ਤੇ ਅੱਛੀ ਉਹਨਾਂ ਨੇ ਥੀਏਟਰ 'ਚ ਮਤਲਬ ਕਿ ਇੱਕ ਇੱਕ ਬਰੀਕੀ ਨੂੰ ਉਹ ਥੀਏਟਰ ਅਸੀਂ ਜਦੋਂ ਪਲੇ ਰੋਲ ਕਰਦੇ ਹੁੰਦੇ ਰਿਹਰਸਲ ਕਰਦੇ ਹੁੰਦੇ ਸੀ, ਇੱਕ ਇੱਕ ਬਰੀਕੀ ਦੀ ਚੀਜ਼ ਦੀ ਉਹਨਾਂ ਦੀ ਨੋਟਿੰਗ ਹੁੰਦੀ ਸੀ ਕਾਪੀ। ਉਹ ਤੋਂ ਬਾਅਦ ਆਹਿਸਤਾ ਆਹਿਸਤਾ ਜਦੋਂ ਪਾਪੂਲਰ ਜਿਹਾ ਹੁੰਦਾ ਚਲਾ ਗਿਆ, ਕਹਿੰਦਾ ਚੱਲ ਹੋ ਲੈਂਦਾ, ਚੱਲ ਚੱਕ। ਫਿਰ ਜਿਹਨੇ ਕਿਨੇ ਨਵੇਂ ਬੱਚੇ ਉੱਠਦੇ ਆ, ਕੁਝ ਇਹੋ ਜਿਹੇ ਪਲੇ ਕਰਦੇ ਨੇ ਜਿਨ੍ਹਾਂ ਨੂੰ ਮਤਲਬ ਕਿ ਦਰਸ਼ਕ ਕੁਝ ਲਾਈਕ ਨਹੀਂ ਵੀ ਕਰਦੇ, ਆਡੀਅੰਸ ਫਿਰ ਉਹ ਥੋੜ੍ਹੀ ਜਿਹੀ ਆਡੀਅੰਸ ਟੁੱਟਦੀ ਹੈ, ਫਿਰ ਜੁੜ ਜਾਂਦੀ ਹੈ। ਅੱਛਾ, ਅੱਜ ਮੀਡੀਆ ਦੇ ਯੁੱਗ ਵਿੱਚ ਥੀਏਟਰ ਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਕਮੂਰ ਸਾਹਿਬ? ਵੈਸੇ ਤਾਂ ਜੀ ਮੈਂ ਕਹਾਂਗਾ नो मोर, लेकिन फिर भी कुछ सी ਜਿਹੜੀ सोहन धारी अपने क्या नाम है, केवल धालीवाल, केवल धारीवाल जी, दे आर डूइंग वेरी नाइस। पटियाले च प्राण सब्बरवाल जी जिद्दां भी है फर्स्ट क्लास। हर संडे ਨੂੰ ਮਹੀਨੇ के पहले संडे ਨੂੰ पिछले 12-13 ਸਾਲਾਂ ਤੋਂ थिएटर करते आ रहे हैं। उंज भी डेली ठीक है, अपनी अपनी एक विधा बन जाती जी। एक ग्रुप का होंगे उसने छोटे प्ले करने हैं, एक ग्रुप बन जाता उन्हें बड़े प्ले करने हैं, तो उन्हें बड़े ही करने हैं। जिन्हें छोटे प्ले करने हैं 1 एक्ट प्ले, उन्हें बड़े 1 एक्ट प्ले करी जाने। लेकिन अज भी हुण पटियाले ओपन एयर थिएटर बने लैंग्वेज डिपार्टमेंट च, उस च भी महीने हर महीने हुण 1-2 प्ले बड़े अच्छे जा रहे हैं, दर्शक द्वारा जुड़न लग गए। ਜੀ ਬਿਲਕੁਲ ਆਬਵੀਅਸ ਹੈ ਜੋ ਕੰਟੈਂਟ ਜਿਹੜਾ ਕਮੂਰ ਸਾਹਿਬ ਲੋਕਾਂ ਦੇ ਦਿਲਾਂ ਦੇ ਨੇੜੇ ਹੋਏਗਾ ਉਹਨੂੰ ਆਡੀਅנס ਨੇ ਪਰਵਾਨਣਾ ਹੀ ਪਰਵਾਨਣਾ ਹੈ। देखो एक्चुअली पता है कि पिक्चर देख के भी, सीरियल देख के भी एक दिन मेरा मन है एक दिन लोग बोर होने लग जाएंगे। जी बिल्कुल बोरियत तो आउंदी हुई है ऑब्वियस। ਹੁਣ ਉਹ ਫਿਰ ਦੁਆਰਾ ਇसी ਵਿਧੀ ਨਾਲ ਜੁੜਨਗੇ ਥੀਏਟਰ ਦੀ ਨਾਲ, ਕਿਉਂਕਿ ਲਾਈਵ ਹੈ। उम्मीद करते हैं। मैं तो सोचदा हम तो इस लास्ट अपने अंतिम सालों च सोचते हैं भी चलो जिन्ना सेवा हो जाए नटराज महाराज की उन्नी वधिया। अच्छा, तुसी राज बब्बर होना नाल भी काम कीता होया है? हाँ जी, मैं 2 पिक्चरां कीतियां नसीबो बहुत पहला। फिर हुण अपने शहीद उधम सिंह ਇਹਦੇ 'ਚ मैं सतपाल किचलू ਅੰਬਰਸਰੀਏ ਦਾ ਰੋਲ ਕੀਤਾ। ਅੱਛਾ, ਇਸ ਤੋਂ ਇਲਾਵਾ ਹਿੰਦੀ ਸਿਨੇਮਾ ਦੇ ਹੋਰ ਕਿਹੜੇ ਐਕਟਰ ਡਾਇਰੈਕਟਰਸ ਨਾਲ ਕੰਮ ਕਰ ਚੁੱਕੇ ਹੋ? ਜਦੋਂ ਮੈਨੂੰ ਮੇਰੀ ਆਡੀਸ਼ਨ ਹੋਈ ਇਹਦੇ 'ਚ ਆਪਣੇ ਸੂਰਮੇ 'ਚ, ਤਾਂ ਮੇਰਾ ਪਹਿਲੇ ਹੀ ਸੀਨ ਜਦੋਂ ਮੈਂ ਉੱਥੇ ਪਹੁੰਚਿਆ, ਉੱਥੇ ਕੌਸ਼ਿਕ ਜੀ, ਸਤੀਸ਼ ਕੌਸ਼ਿਕ ਬਹੁਤ ਬੜੇ ਐਕਟਰ, कॉमेडियन, डायरेक्टर बहुत बड़े हैं। उधरों बिशन सिंह बेदी जी का एक लड़का बेदी मेरे पूरा, उधरों अपने दिलजीत दोसांझ टॉप चढ़दियां कला च। तो एक बारी जरूर होता है, बड़ी प्यारी घटना जिसने मैंने रोल दिलाया ना ये मुंडे ने, उन्हें दिलाता, मैं सब कुछ हो गया, मैं सेट पर पहुँच गया, पर उसका ना मुँह बैठा, सर अंकल जी, कभी अंकल जी की सर मेरी इज्जत रख लेना, मैं थोड़ा नाम प्रपोज किया है। मैं क्या कोई नहीं यार, कमाल देखन तो दे, तू आन तो देना यार कैमरे च। जो पहले ही सीन मेरा, पहली लाइन ही मेरी दिलीप दोसांझ नाल सी, दिलजीत दोसांझ नाल, ते जो पहली लाइन ही मतलब मैं बोलिया, वो करिया, सतीश कौशिक जी आए, बेदी साहब आए, वो बंदा ना ऐ बैठे उन्होंने डरिया ऐ होंदा चला गया, क्योंकि उन्हें लगे कि मैं इस एक्टर ने इत्थे लिया वाला इफेक्ट भी था। चलो ठीक है, चलता। कमोर साहब, वेब सीरीज का एक्सपीरियंस किवें रहा? हाँ आएगी जी, हाँ दैट इज टोटली बेस्ड अराउंड मी, क्योंकि मैं वो करैक्टर है जिहदा पोता किडनैप होया और कतल किया गया।
ਬਾਅਦ 'ਚੋਂ ਤੁਹਾਨੂੰ ਪਤਾ ਪੁਲਿਸ ਦਾ ਚੱਕਰ, ਕੁਛ ਫਿਲਮੀ ਮਸਾਲਾ ਨਾਲ ਲਾਣਾ ਪੈਂਦਾ ਹੁੰਦਾ ਨਾ, ਇਸੇ ਕਰਕੇ ਇਕੱਲੇ ਨੂਨ ਮਿਰਚ ਨਾਲ ਸਬਜ਼ੀ ਨਹੀਂ ਚੰਗੀ ਲੱਗਦੀ। ਉਹ ਕੀਤਾ ਹੈ, ਉਹ ਵੇਟ ਦੇ ਵਿੱਚ ਲੇਕਿਨ ਬਹੁਤ ਅੱਛੀ ਬਣੀ ਹੈ। ਕਰਤਾਰ ਚੀਮਾ ਉਸ 'ਚ ਲੀਡ ਰੋਲ ਕਰ ਰਿਹਾ ਜੀ। ਹਾਂ, ਉਹ ਬੜਾ ਅੱਛਾ। ਬਾਕੀ ਪਤਾ ਨਹੀਂ ਜੀ। ਸਾਵਧਾਨ ਇੰਡੀਆ ਵੀ ਤੁਹਾਡਾ ਸੀਰੀਅਲ ਕਾਫੀ ਹਿੱਟ ਗਿਆ। ਹਾਂ, ਇੰਡੀਆ 'ਚ ਵੀ ਮੈਨੂੰ ਚੰਗੇ ਮਤਲਬ ਕਰੈਕਟਰ, ਹਾਲਾਂਕਿ ਉਹ ਇੱਕ ਕਰੈਕਟਰ ਨੂੰ ਇੱਕ ਵਾਰੀ ਰਿਪੀਟ ਨਹੀਂ ਕਰਦੇ, ਦੂਜੀ ਵਾਰੀ ਰਿਪੀਟ ਨਹੀਂ ਕਰਦੇ, ਮਗਰ ਮੈਨੂੰ ਮੇਰੇ ਤਿੰਨੋਂ ਕਰੈਕਟਰ ਹੈ। ਵਿਲਾਇਤੀ ਭਾਬੀ 'ਚ ਮੈਂ ਸਰਦਾਰ ਬਣਿਆ, ਸਾਰਾ ਸਾਲ ਮੈਂ ਸਰਦਾਰ ਰਿਹਾ, ਐਂਡ ਵੈਰੀ ਮਚ ਐਪਰੀਸ਼ੀਏਟਡ ਬਾਈ ਦਾ ਆਡੀਅੰਸ। ਮੁਸਲਮਾਨ ਦਾ ਕਰੈਕਟਰ ਮਿਲੇ ਅੱਜ ਇੱਕ ਰੋਲ, ਇੱਕ ਐਪੀਸੋਡ 'ਚ। ਦੂਸਰਾ ਉਹ ਕਹਿੰਦੇ ਵੀ ਆਪਣੇ ਇੱਦਾਂ ਆਪਣੇ ਉਹਨਾਂ ਨੂੰ ਬੁਲਾ ਲਓ, ਕਹਿੰਦੇ ਹੁਣ ਲਾਲੇ ਦਾ ਕਰੈਕਟਰ ਮਿਲਣਾ। ਓਕੇ। ਇਸ ਤਰ੍ਹਾਂ ਮੈਨੂੰ ਰਿਪੀਟ ਕਰਦੇ ਰਹੇ। ਅੱਛਾ, ਇਹੋ ਜਿਹਾ ਮੋਹਨ ਕੰਬੋਜ ਦੇ ਵਿੱਚ ਕੀ ਵੱਖਰਾ ਸੀ ਕਿ ਉਹ ਤੁਹਾਨੂੰ ਵਾਰ-ਵਾਰ ਬੁਲਾਉਂਦੇ ਸੀ? ਐਕਚੁਅਲੀ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਵੀ ਬੀਇੰਗ ਥੀਏਟਰਿਸਟ ਨਾ, ਮੈਨੂੰ ਮਿਹਨਤ ਕਰਨ ਦਾ ਬੜਾ ਸ਼ੌਕ ਹੈ। ਕੋਈ ਰੋਲ ਕਰਨਾ, ਮੈਂ ਉਸ ਰੋਲ ਨਾਲ, ਉਸਦੇ ਨਾਲ ਗੱਲਾਂ ਕਰਦਾ ਸਕ੍ਰਿਪਟ ਨਾਲ ਕਿ ਤੂੰ ਕੀ ਮੰਗਦਾ ਕੀ ਹੈ। ਜਿਹੜੇ ਬੰਦੇ ਇਸ ਗੱਲ ਨੂੰ ਨਹੀਂ ਮੰਨਦੇ, ਮੈਂ ਸਕ੍ਰਿਪਟ ਨੂੰ ਬਹੁਤ ਇਕੱਲਾ ਬੈਠ ਕੇ ਨਾ ਉਸਦੇ ਨਾਲ ਗੱਲਾਂ ਕਰਦਾ ਵੀ, ਫਿਰ ਮੈਨੂੰ ਪਤਾ ਲੱਗਦਾ ਵੀ ਹਾਂ। ਮੈਂ ਐਜ ਮੁਹੰਮਦਨ ਬੜੇ ਰੋਲ ਕੀਤੇ, ਮੈਨੂੰ ਗੱਭਰੂ ਗੈਂਗ 'ਚ ਐਜ ਮੁਹੰਮਦਨ ਆਇਆ ਮੈਂ ਐਜ ਸਿੱਖ ਤਾਂ ਆ ਹੁਣੀ ਤੇਰੀ ਮੇਰੀ ਜੋੜੀ, ਇਹੀ ਉਹੀ ਪਿਕਚਰ ਸੀ, ਉਹ 'ਚ ਸਰਪੰਚ ਬਣਿਆ ਹੋਇਆ ਸੀ। ਐਸੇ ਕਾਫੀ ਮਤਲਬ ਕਿ ਪਿਕਚਰਾਂ 'ਚ ਮੈਂ ਸਰਦਾਰ ਦਾ ਰੋਲ ਕੀਤਾ, ਲਾਲੇ ਦਾ। ਐਕਚੁਅਲੀ ਕਿਹਾ ਥੀਏਟਰ ਕਰਕੇ, ਮੈਂ ਇਹ ਕਹਾਂਗਾ ਥੀਏਟਰ ਕਰਕੇ ਮੈਨੂੰ ਇੰਨਾ ਕੁ ਮਤਲਬ ਮਿਲਿਆ ਵੀ ਮੁਸਲਮਾਨ ਕੇ ਕਰੈਕਟਰ 'ਚ ਮੈਂ ਸਟੱਡੀ ਕਰਦਾ ਅਤੇ ਬੰਦੇ ਨੂੰ ਮੈਂ ਇੱਕ ਪਲੇ ਵੇਰੀਏਸ਼ਨ ਜਿਹੜੀ ਹੈਗੀ ਆ ਤੁਹਾਡੇ ਵਿੱਚ ਉਹ 1969 'ਚ ਮੈਂ ਇੱਕ ਪਲੇ ਕੀਤਾ ਸੀ ਜੀ। ਉਸ ਟਾਈਮ 5 ਐਕਟ ਦਾ ਪਲੇ, ਅੱਜ ਤੱਕ ਕੋਈ ਹੋ ਹੀ ਨਹੀਂ ਸਕਦਾ। ਮੌਲਵੀ ਮੁਹੰਮਦ ਉਸਮਾਨ ਅਲੀ ਖਾਨ ਮੇਰਾ ਨਾਂ ਸੀ ਉਸ 'ਚ, ਐਂਡ ਥਰੂ ਆਊਟ ਮੇਰਾ ਰੋਲ ਸੀ। ਤਾਂ ਉਸ ਦੇ ਲਈ ਵੀ ਮੈਂ ਕਿੰਨੇ ਹੀ ਮੁਹੰਮਦਨ ਜੀ ਮੇਰੇ ਜਿਹੜੇ ਜਾਣ ਪਹਿਚਾਣ ਵਾਲੇ ਦੇ ਉਹਨਾਂ ਕੋਲ ਜਾ ਕੇ ਬੈਠਦਾ ਤਾ ਕਿ ਇਸ 'ਚ ਯਾਰ ਇਹੋ ਜਿਹੇ ਟਾਈਮ 'ਚ ਕੀ ਕਰਦੇ ਹੋ ਤੁਸੀਂ, ਇਹੋ ਜਿਹੇ ਟਾਈਮ 'ਚ ਕੀ ਕਰਦੇ ਹੋ, ਇਹੋ ਜਿਹੇ ਟਾਈਮ 'ਚ ਕੀ ਕਰਦੇ ਹੋ। ਉਹਨਾਂ ਤੋਂ ਪੁੱਛਦਾ ਤਾਂ ਮੈਨੂੰ ਦੱਸ ਦਿੰਦਾ ਸੀ, ਫਿਰ ਮੈਂ ਕੋਸ਼ਿਸ਼ ਜਦ ਮੈਂ ਅਗਲੇ ਦਿਨ ਜਾ ਕੇ ਦਿਖਾਉਂਦਾ ਸੀ ਡਾਇਰੈਕਟਰ ਨੂੰ, ਵੈਰੀ ਗੁੱਡ ਯਾਰ, ਠੀਕ ਹੈ ਵੈਰੀ। ਸੋ ਮੈਂ ਜਾਣਦਾ ਜੀ, ਹਿੰਮਤ ਕਰੇ ਇਨਸਾਨ ਤੋਂ ਕਿਆ ਕੰਮ ਹੈ ਮੁਸ਼ਕਿਲ। ਮੈਂ ਪਿਕਚਰ 'ਚ ਨਹੀਂ ਬੜਿਆ, ਜੇ ਬੜੇ ਹੈ ਤਾਂ ਹੁਣ ਮੈਂ ਰੈਗੂਲਰ ਕੰਮ ਕਰ ਰਹੇ ਹੋ। ਅੱਛਾ, ਇੱਕ ਗੱਲ ਦੱਸੋ ਕਿ ਬਹੁਤ ਅੱਛਾ ਐਕਟਰ ਬਣਨ ਵਾਸਤੇ ਜਾਂ ਡਾਇਰੈਕਟਰ ਬਣਨ ਵਾਸਤੇ ਕੀ ਆਡੀਅנס ਦੇ ਵਿੱਚ, ਪਬਲਿਕ ਦੇ ਵਿੱਚ ਵਿਚਰਨਾ ਜ਼ਰੂਰੀ ਹੈ? ਮੈਂ ਲੋਕਾਂ 'ਚ ਵੀ ਮੰਨ ਲਓ ਤੁਸੀਂ, ਅੱਜ ਜਿਹੜਾ ਮੀਡੀਆ ਨਾ, ਇਸ ਕਰਕੇ ਪਿਕਚਰ ਇਹ ਲੋਕੀ ਇੱਧਰ ਨੂੰ ਭੱਜੇ ਆ। ਨਹੀਂ, ਮੈਂ ਦੂਸਰੇ ਐਂਗਲ ਤੋਂ ਗੱਲ ਕਰ ਰਹੀ ਹਾਂ। ਜਿੱਦਾਂ ਤੁਸੀਂ ਕਿਹਾ ਕਿ ਮੈਂ ਕਰੈਕਟਰਸ ਦੇ ਵਿੱਚ ਜੇ ਮੁਹੰਮਦਨ ਆ ਤਾਂ ਉਹਨਾਂ ਦੇ ਵਿੱਚ ਜਾ ਕੇ ਦੇਖਦੀ ਸੀ, ਉਹਨਾਂ ਨੂੰ ਵਾਚ ਕਰਦੀ ਸੀ। ਸਰ ਹਾਂ, ਉਹਨਾਂ ਨੂੰ ਕਿਉਂ ਮੈਂ ਇੱਕ ਪਲੇ ਕੀਤਾ ਸੀ, ਉਸ ਬਾਜੀਗਰਨੀਆਂ ਦਾ ਰੋਲ ਸੀ, ਤਾਂ ਮੇਰੇ ਖਿਆਲ ਹੈ ਮੈਂ 20-25 ਦਿਨ ਉਹਨਾਂ ਬਾਜੀਗਰਨੀਆਂ ਕੋਲ ਬੈਠਿਆ ਜਾ ਕੇ, ਉੱਥੇ ਡੇਰਾ ਹੈਗਾ ਇੱਧਰ, ਵੀ ਕੀ ਕਰਦੀਆਂ। ਉਹਨਾਂ ਦੇ ਰਿਵਾਜ ਬੜੇ, ਵਿਆਹੀ ਵੀ, ਕੁਆਰੀ, ਛੋਟੀ, ਕੁਆਰੀ, ਵਿਆਹੀ ਵੀ, ਬੁੱਢੀ, ਇਹਨਾਂ ਕੇ ਅਲੱਗ-ਅਲੱਗ ਕਾਸਟਿਊਮਸ ਹੁੰਦੇ, ਅਲੱਗ-ਅਲੱਗ ਉਹ ਹੁੰਦੇ ਸਾਰੇ ਕੇ, ਉਹ ਸਾਰੇ ਲਰਨ ਕੀਤੇ ਉਸ ਤੋਂ। ਵੈਸੇ ਕੰਬੋਜ ਸਾਹਿਬ ਕਿਸੇ ਵਿਰਲੇ ਦੇ ਵਿੱਚ ਹੀ ਇੰਨੀ ਡੈਡੀਕੇਸ਼ਨ ਹੁੰਦੀ ਹੈ ਕਿ ਉਹ ਆਪਣੇ ਕਰੈਕਟਰ ਦੀ ਇੰਨਾ ਇਨ ਡੈਪਥ ਦੇ ਵਿੱਚ ਆ ਕੇ ਕੰਮ ਕਰਦਾ ਹੈ। ਵੈਸੇ ਤੁਹਾਡੇ ਤੇ ਹੁਣ ਦੇ ਐਕਟਰਸ ਦੇ ਵਿੱਚ ਦੀ ਟ੍ਰੇਨਿੰਗ ਦੇ ਵਿੱਚ ਕੀ ਫਰਕ ਦੇਖਦੇ ਹੋ? ਉਦੋਂ ਕੋਈ ਟੀਚਿੰਗ ਨਹੀਂ ਸੀ, ਉਦੋਂ ਕੋਈ ਦੱਸਣ ਵਾਲਾ ਨਹੀਂ ਹੁੰਦਾ ਸੀ, ਪਰ ਹੁਣ ਪਹਿਲੀ ਇੱਕ ਐਕਟਰ ਟ੍ਰੇਨਡ ਹੁੰਦਾ ਹੈ, ਇੰਸਟੀਚਿਊਟ ਜੁਆਇਨ ਕਰਦਾ ਹੈ, ਐਕਟਿੰਗ ਦਾ ਕੋਰਸ ਹੈ, ਪੰਜਾਬੀ ਯੂਨੀਵਰਸਿਟੀ ਥੀਏਟਰ, ਤਾਂ ਉੱਥੋਂ ਉਹਨਾਂ ਨੂੰ ਬਹੁਤ ਕੁਝ ਪਤਾ ਲੱਗ ਜਾਂਦਾ ਜੀ। ਐਨਐਸਟੀ ਹੈ, ਪੰਜਾਬੀ ਯੂਨੀਵਰਸਿਟੀ ਹੈ, ਪੂਨਾ, ਬਹੁਤ ਹੈ ਜੀ ਬਸ ਇਸ ਟਾਈਮ ਇੰਡੀਆ 'ਚ। ਬਾਕੀ ਕੰਮ ਕਰੋ ਤਾਂ ਸਭ ਕੁਝ ਮਿਲਦਾ ਜੀ। ਅੱਜ ਮੈਨੇ ਜਿਸ ਦਿਨ ਮੈਂ 2.5 ਸਾਲ, ਮੈਨੂੰ ਪਤਾ ਮੈਂ 3 ਸਾਲ 3.5 ਸਾਲ ਬਲਕਿ ਕਹਿ ਲਓ, ਮੈਂ ਪਿਕਚਰਾਂ ਦੇ ਪਿੱਛੇ ਭੱਜਿਆ, ਆਡੀਸ਼ਨਾਂ ਦਿੱਤੀਆਂ। ਮੈਂ ਕਿਹਾ ਸ਼ਰਮ ਛੱਡ ਪਹਿਲਾਂ ਕਾਕਾ, ਮੈਨੂੰ ਹੁੰਦਾ ਸੀ ਮੈਂ ਇੰਨਾ ਥੀਏਟਰ ਕੀਤਾ, ਮੈਂ ਆਡੀਸ਼ਨ ਦੇਵਾਂ, ਲੇਕਿਨ ਉਹ ਮਾਰਿਆ, ਜਾਣ ਲੱਗ ਗਿਆ।
ਅੱਜ ਕਿਰਪਾ ਹੈ, ਹੁਣ ਅੱਜ ਵੀ ਮੇਰੀ ਵੈਬ ਸੀरीज ਚੱਲ ਰਹੀ ਹੈ, ਉਹੀ ਮੈਂ फादर का रोल है, तो मेरी घर की स्टोरी है सारी, गुलाम बेगम और डोरेमैन। अच्छा, किने लिखी है? ਇਹਦਾ ਰਾਈਟਰ ਕੌਣ ਹੈ? ਰਾਈਟਰ ਚੰਡੀਗੜ੍ਹ ਦੇ ਲੋਕਲ ਹੈ, ਮੈਂ ਪੁੱਛੇ ਹੀ ਨਹੀਂ, ਇੰਨੇ ਵੀ ਦਿਨ ਹੋ ਗਏ ਜਾਂਦੇ ਉਹਨੂੰ ਆਪਣਾ ਸਕ੍ਰਿਪਟ ਲਈ ਦੀ। ਇਹਦਾ ਕੰਟੈਂਟ ਕਿੱਦਾਂ ਲਿਆ? ਤੁਸੀਂ ਹੁਣੇ ਕਿਹਾ ਹੈ ਕਿ ਇਹ ਮੇਰੀ ਫੈਮਿਲੀ ਦੇ ਉੱਤੇ ਬੇਸਡ ਹੈ। ਹਾਂ, ਉਹ ਕੰਟੈਂਟ ਉਹਨਾਂ ਕੋਲ ਕੋਈ ਕਹਾਣੀ ਸੀ, ਮੈਨੂੰ ਤਾਂ ਉਸ 'ਚ ਭਰਿਆ ਉਹਨਾਂ ਨੇ ਬਸ ਇੱਕ, ਕਿਉਂਕਿ ਉਹਨਾਂ ਨੂੰ ਦੇਖਦੇ ਹੁੰਦੇ ਉਹਨਾਂ ਚੱਲ ਕੇ ਵੀ ਇਸ ਕਰੈਕਟਰ 'ਚ ਅੱਛੇ ਡਾਇਰੈਕਟਰ ਜਿਹੜੇ ਇਸ ਕਰੈਕਟਰ 'ਚ ਏਜਡ ਬੰਦਾ ਕਿਹੜਾ, ਤੇ ਹੁਣ ਵੀ ਪਰਮਾਤਮਾ ਦੀ ਕਿਰਪਾ ਨਾਲ ਇੱਕ ਬਾਲੀਵੁੱਡ 'ਚ ਨਾ ਬੁੜਿਆਂ 'ਚ ਨਾਂ ਆਉਣ ਲੱਗ ਗਿਆ। ਵੈਸੇ ਕਮਲ ਸਾਹਿਬ, ਸਾਨੂੰ ਮਾਣ ਹੈ ਕਿ ਸਾਡਾ ਪਟਿਆਲੇ ਦਾ ਕਲਾਕਾਰ ਹਿੰਦੀ ਤੇ ਪੰਜਾਬੀ ਸਿਨੇਮੇ ਦੇ ਵਿੱਚ ਆਪਣਾ ਨਾਮ ਬਣਾ ਚੁੱਕਿਆ ਹੈ। ਵੈਸੇ ਤੁਸੀਂ ਥੀਏਟਰ ਅੱਜ ਕੱਲ੍ਹ ਵੀ ਕਰ ਰਹੇ ਹੋ? ਨਹੀਂ, ਥੀਏਟਰ ਹਾਲੇ ਵੀ ਕਰ ਰਿਹਾ ਜੀ ਮੈਂ। ਹਾਂ, ਉਹ ਭੁੱਖ ਨਹੀਂ ਮਿਟਦੀ। ਫਿਲਮ 'ਚ ਤਾਂ ਸਕ੍ਰਿਪਟ ਚੱਕੀ, ਇੱਕ ਵਾਰੀ ਨਜ਼ਰ ਮਾਰੀ, ਡਾਇਲੌਗ ਬੋਲੇ ਆ ਕੇ, ਤੇ ਥੋੜੀ ਦੇਰ ਬਾਅਦ ਸੁਣ ਲਓ ਤਾਂ ਇੱਕ ਡਾਇਲੌਗ ਨਹੀਂ ਯਾਦ ਹੁੰਦਾ। ਲੇਕਿਨ ਇਸ ਦੇ ਲਈ ਜਿਹੜੀ ਮਿਹਨਤ ਕਰਨੀ ਪੈਂਦੀ ਹੈ ਥੀਏਟਰ ਲਈ, ਉਸਦਾ ਨਸ਼ਾ ਹੀ ਅਲੱਗ ਹੈ। ਪੈਸਾ ਫਿਰ ਵੀ ਨਹੀਂ ਮਿਲਦਾ, ਬਸ ਰੂਹ ਦੀ ਜਿਹੜੀ, ਲੇਕਿਨ ਰੂਹ ਦੀ ਖੁਰਾਕ ਹੈ ਥੀਏਟਰ, ਉਹ ਕਰੀਦਾ ਜੀ। ਜੀ ਅੱਛਾ ਕੰਬੋਜ ਸਾਹਿਬ, ਇੱਕ ਗੱਲ ਜ਼ਰੂਰ ਪੁੱਛਣਾ ਚਾਹਾਂਗੀ ਕਿ ਇੰਨੇ ਮੁਕਾਮ ਤੇ ਪਹੁੰਚ ਕੇ ਹਾਲੇ ਵੀ ਕੁਝ ਅਧੂਰਾ ਲੱਗਦਾ ਹੈ ਕਿ ਹਾਲੇ ਕੁਝ ਪੈਂਡਿੰਗ ਪਿਆ ਹੈ, ਕੁਝ ਕਰਨਾ ਹੈ? ਹਾਂ, ਲੱਗਦਾ ਜੀ। ਭੁੱਖ ਤਾਂ ਉਦੋਂ ਹੀ ਮਿਟੇਗੀ ਜਦੋਂ ਆਪਾਂ ਮਿਟਾਂਗੇ। ਐਗਜ਼ੈਕਟਲੀ, ਬਹੁਤ ਸੱਚੀ ਗੱਲ, ਬਹੁਤ ਸੱਚੀ ਗੱਲ। ਅਦਰਵਾਈਜ਼ ਤਾਂ ਇਹ ਲੱਗਦਾ ਵੀ ਇਹ ਰੋਲ, ਇਹ ਇਤਨਾ ਬੜਾ ਰੋਲ, ਇਹੋ ਜਿਹਾ ਰੋਲ ਮੈਨੂੰ ਮਿਲੇ, ਇਹੋ ਜਿਹਾ ਰੋਲ ਮੈਨੂੰ ਮਿਲੇ। ਕੰਬੋਜ ਸਾਹਿਬ, ਤੁਹਾਡਾ ਸੱਚ ਸੁਣ ਕੇ ਮੈਨੂੰ ਬਹੁਤ ਅੱਛਾ ਲੱਗਿਆ। ਵੈਸੇ ਅਸੀਂ ਦੁਆ ਗੋ ਹਾਂ ਕਿ ਤੁਹਾਡੇ ਸਾਰੇ ਸੁਪਨੇ ਜਿਹੜੇ ਆ ਪੂਰੇ ਹੋਣ। ਅੱਛਾ, ਇੱਕ ਚੀਜ਼ ਦੱਸੋ ਕਿ ਕਾਸਟ ਤੋਂ ਡਰ ਲੱਗਦਾ ਹੈ? ਡਰਦੇ ਹੋ ਕਿਸੇ ਚੀਜ਼ ਤੋਂ? ਹਾਂ, ਮਤਲਬ ਤੁਰੰਤ ਨਾ ਸ਼ੁਰੂ 'ਚ ਨਾ ਇੰਟਰਵਿਊ ਤੇ ਬੜਾ ਘਬਰਾਉਂਦਾ ਹੁੰਦਾ ਸੀ। ਓਕੇ, ਉਦੋਂ ਮੈਨੂੰ ਜੋ ਕੁਛ ਆਉਂਦਾ ਵੀ ਤਾਂ ਵੀ ਭੁੱਲ ਜਾਂਦਾ ਸੀ। ਕਿਉਂਕਿ ਹਾਂ ਇੰਟਰਵਿਊ ਆਡੀਸ਼ਨ ਸ਼ੁਰੂ 'ਚ ਮੈਨੂੰ ਬਹੁਤ, ਉਹ ਮੇਰੀ ਆਤਮਾ, ਮੈਂ ਇੰਨਾ ਕੰਮ ਕਰਿਆ, ਮੈਂ ਇੰਨਾ, ਫਿਰ ਮੈਨੂੰ ਇੱਕ ਬਹੁਤ ਅੱਛਾ ਡਾਇਰੈਕਟਰ ਮਿਲਿਆ, ਮੰਨਿਆ ਵਾ ਸੀ। ਉਹ ਕਹਿੰਦਾ, ਕੰਬੋਜ ਸਾਹਿਬ, ਅਮਿਤਾਭ ਬੱਚਨ ਜੀ ਵੀ ਅਸੀਂ ਪਹਿਲਾਂ ਆਡੀਸ਼ਨ ਲੈਂਦੇ ਹਾਂ ਕਿ ਇਸ ਰੋਲ 'ਚ ਕਾਸਟਿਊਮ ਪਾਉਂਦੇ ਹਾਂ, ਸਾਰਾ ਕੁਝ ਕਰਦੇ ਹਾਂ ਵੀ ਇਸ ਰੋਲ 'ਚ ਹਮਾਰੀ ਫਿਲਮ 'ਚ ਹੈ ਨਾ। ਤੁਸੀਂ ਤਾਂ ਕਹਿੰਦਾ ਹਾਲੇ ਸ਼ੁਰੂ ਵੀ ਨਹੀਂ ਕੀਤੀ ਫਿਲਮ। ਉਦੋਂ ਫਿਰ ਮੈਨੇ ਆਪਣਾ ਮੈਂ ਬਿਲਕੁਲ, ਅੱਜ ਵੀ ਮੈਨੂੰ ਆਡੀਸ਼ਨ ਆਉਂਦੀਆਂ ਜੀ, ਮੈਂ ਅੱਜ ਵੀ ਆਡੀਸ਼ਨ ਕਰਕੇ ਭੇਜਦਾ ਉਹਨਾਂ ਨੂੰ। ਹੁਣ ਮੈਂ ਕੋਈ ਇਸ ਤੋਂ, ਮੈਨੂੰ ਕੋਈ ਹਿਚਕਿਚਾਹਟ ਨਹੀਂ ਹੁੰਦੀ, ਮੈਂ ਕਰਦਾ। ਔਰ ਰੋਲ ਵੀ ਮਿਲਦੇ ਹੈ, ਰੋਲ ਵੀ। ਫਿਲਮ ਹੈ, ਪੈਸਾ ਮਿਲਦਾ ਹੈ, ਥੀਏਟਰ ਹੈ, ਪੈਸਾ ਜਾਂਦਾ ਹੈ, ਪੈਸਾ ਜਾਂਦਾ, ਬਹੁਤ ਨੋਟ ਖਰਚੇ ਹੈ ਜੀ ਥੀਏਟਰ। ਬਿਲਕੁਲ ਸਹੀ ਗੱਲ ਹੈ, ਰੂਹ ਦਾ ਰੱਜ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਬਿਲਕੁਲ ਜੀ, ਬਿਲਕੁਲ। ਕੰਬੋਜ ਸਾਹਿਬ, ਤੁਸੀਂ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਸਾਰੀਆਂ ਗੱਲਾਂ ਖੁੱਲ੍ਹ ਕੇ ਹੋਈਆਂ ਥੀਏਟਰ ਬਾਰੇ, ਸਿਨੇਮਾ ਬਾਰੇ, ਬਹੁਤ ਹੀ ਜ਼ਿਆਦਾ ਵਧੀਆ ਲੱਗਿਆ। ਤੁਸੀਂ ਸਾਡੇ ਲਈ ਸਮਾਂ ਕੱਢਿਆ। ਦੁਆ ਗੋ ਹਾਂ ਕਿ ਇਸੇ ਹੀ ਤਰ੍ਹਾਂ ਤੰਦਰੁਸਤ, ਫਿਟ ਐਂਡ ਫਾਈਨ ਰਹੋ, ਤੇ ਇਸੇ ਹੀ ਤਰ੍ਹਾਂ ਕੰਮ ਜਿਹੜੇ ਸਿਨੇਮਾ ਦੇ ਵਿੱਚ ਵੀ, ਥੀਏਟਰ ਦੇ ਵਿੱਚ ਵੀ ਤੁਸੀਂ ਲਗਾਤਾਰ ਕਰਦੇ ਰਹੋ। ਤੇ ਤੁਹਾਨੂੰ ਅੱਜ ਦੀ ਇਹ ਗੱਲਬਾਤ ਕਿਵੇਂ ਦੀ ਲੱਗੀ, ਸਾਨੂੰ ਦੱਸਿਓ ਜ਼ਰੂਰ। ਫੀਡਬੈਕ ਬਹੁਤ ਜ਼ਿਆਦਾ ਜ਼ਰੂਰੀ ਹੈ, ਸਾਡੀ ਹੌਸਲਾ ਅਫਜ਼ਾਈ, ਸਾਡੇ ਹੋਰ ਅੱਗੇ ਕੰਮ ਦੇ ਵਿੱਚ ਨਿਖਾਰ ਲੈ ਕੇ ਆਉਣ ਵਾਸਤੇ। ਸੋ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਦਬਾ ਦਿਓ, ਲਾਈਕ ਸ਼ੇਅਰ ਕਰ ਦੇਣਾ। ਅਗਲੇ ਹਫਤੇ ਫੇਰ ਮਿਲਾਂਗੇ ਕਿਸੇ ਹੋਰ ਉਹਦਾ ਪਰਸਨੈਲਿਟੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।